सत श्री अकाल दोस्तों, प्रोग्राम अखबारी साथी ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ 3 ਮਾਰਚ 2021 ਤੇ ਬਠਿੰਡੇ ਦਾ ਜੈਪਾਲਗੜ੍ਹ ਪਿੰਡ ਦੇ ਵਿੱਚ ਲੱਗੀ ਸੱਤ ਤੇ ਸੱਤ ਵਾਲੇ ਸਾਥੀ। ਇਹ ਉਹ ਭਰਾ ਨੇ ਜਿਹੜੇ ਬਿਜ਼ਨਸਮੈਨ ਨੇ, ਕੋਈ ਜ਼ਿਆਦਾਤਰ ਇਹਨਾਂ ਦਾ ਮੈਨੂੰ ਲੱਗਦਾ ਇਹ ਕਹਿ ਲਈਏ ਕਿ ਟਰੱਕਾਂ ਨਾਲ ਸੰਬੰਧਿਤ ਕੰਮ ਹੈ। ਨੌਕਰੀ ਪੇਸ਼ਾ ਵੀ ਇਹਦੇ 'ਚ ਹੈਗੇ ਨੇ, ਇਹਦੇ 'ਚ ਸਪੋਰਟਸਮੈਨ ਵੀ ਹੈਗੇ ਨੇ, ਮੇਰੇ ਵਰਗੇ ਵਿਹਲੇ ਵੀ ਹੈਗੇ ਆ। ਤਾਂ ਅਸੀਂ ਲੋਕ ਕੀ ਕਰਦੇ ਹਾਂ ਕਿ ਅਸੀਂ ਜਦੋਂ ਬੈਠਦੇ ਹਾਂ ਤਾਂ ਅਲੱਗ-ਅਲੱਗ ਵਿਚਾਰ ਹੁੰਦੇ ਨੇ, ਅਲੱਗ-ਅਲੱਗ ਸੋਚ ਹੁੰਦੀ ਹੈ ਅਤੇ ਉਹ ਸੋਚ ਉਹ ਵਿਚਾਰ 'ਚੋਂ ਕੁਛ ਪੋਜ਼ੀਟਿਵ ਕੱਢਣ ਦੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਅਸੀਂ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨਾਂ ਸਾਰਿਆਂ ਦੇ ਵਿਚਾਰ ਹੈ ਜਿਹੜੇ ਤੁਹਾਡੇ ਤੱਕ ਲੈ ਕੇ ਆਈਏ, ਦਿਲ ਦੇ ਜਿਹੜੇ ਗੁਬਾਰ ਹੈ ਉਹ ਬਾਹਰ ਕੱਢੀਏ। ਅਮੂਮਨ ਅਸੀਂ ਦੇਖੋ ਜਿੱਥੇ ਅਸੀਂ 4 ਜਣੇ ਬੈਠਦੇ ਹਾਂ ਉੱਥੇ ਗੱਲਾਂ ਤਾਂ ਹੁੰਦੀਆਂ, ਸਾਰੀ ਜਗ੍ਹਾ 'ਤੇ ਇੱਦਾਂ ਹੁੰਦੀਆਂ ਨਾ, ਪਰ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਯਾਰ ਤੁਹਾਨੂੰ ਉਹਨਾਂ ਦੇ ਵਿਚਾਰਾਤ ਜਿਹੜੇ ਨੇ ਉਹ ਸੁਣਾਈਏ। ਕਈ ਵਾਰੀ ਕੀ ਹੁੰਦਾ ਕਿ ਅਸੀਂ ਕਈਆਂ ਦੇ ਵਿਚਾਰਾਂ ਤੋਂ ਸਿੱਖਦੇ ਹਾਂ, ਕੁਛ ਨਾ ਕੁਛ ਸਿੱਖਦੇ ਹਾਂ ਅਤੇ ਇਹੀ ਮੋਟਿਵ ਹੁੰਦਾ ਵੀ ਕੁਛ ਸਿੱਖੀਏ ਅਤੇ ਕੁਛ ਸਿਖਾਈਏ। ਸੱਥ ਦੇ ਵਿੱਚ ਆਪਾਂ ਬੈਠੇ ਆ ਤਾਂ ਸਭ ਤੋਂ ਪਹਿਲਾਂ ਤਾਰੁਫ ਜਿਹੜਾ ਇੰਟਰੋਡਕਸ਼ਨ ਹੈ, ਕੀ ਨਾਮ ਜੀ ਤੁਹਾਡਾ? मेरा नाम हनी है जी। हनी जी। डिम्पी बागला जी। संजीव बबली जी। अमन। मनजिंदर धालीवाल। राजकुमार शर्मा जी। गौरव कालड़ा जी। नवी ढिल्लों जी। कुलदीप ढल्ला जी। ਗੁਰਦੀਪ ਸਿੰਘ ਜੀ। गुरमुख सिंह संधू। ਸ਼ੁਰੂਆਤ ਆਪਾਂ ਸ਼ਰਮਾ ਜੀ ਤੋਂ ਕਰਦੇ ਹਾਂ, ਪੁੱਛਦੇ ਹਾਂ ਕਿ ਕਿਹੜੀ ਖਬਰ ਹੈ ਬ੍ਰਦਰ ਜਿਹਦੇ 'ਤੇ ਆਪਾਂ ਚਰਚਾ ਕਰਨਾ ਚਾਹੁੰਦੇ ਹਾਂ? ਚਰਚਾ ਸੁੰਦਰ ਜੀ ਅੱਜ ਇਹ ਹੈ, ਮਤਲਬ ਵੀ ਸਾਡੇ ਮਾਨਯੋਗ ਕੈਪਟਨ ਜੀ ਨੇ ਜਿਹੜੀ 1914 ਦੀ ਧਾਰਾ ਤੋੜ ਕੇ ਤੇ ਉਹਨਾਂ ਨੇ 61 ਤੇ ਮਤਲਬ ਵੀ 63 ਮਤਲਬ ਚੇਂਜ ਕੀਤੀ ਉਹਨਾਂ ਨੇ। ਇਹ ਇਹਨਾਂ ਦਾ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਜੀ, ਵੀ ਜਿਹੜਾ ਕੋਈ ਨਕਲੀ ਸ਼ਰਾਬ ਵੇਚੂਗਾ ਜੇ ਉਹ ਮਤਲਬ ਵੀ ਫੜਿਆ ਗਿਆ ਜਾਂ ਮਤਲਬ ਵੀ ਨਕਲੀ ਸ਼ਰਾਬ ਤੋਂ ਮਤਲਬ ਵੀ ਜੇ ਮਤਲਬ ਵੀ ਮੈਂ ਨਕਲੀ ਸ਼ਰਾਬ ਵੇਚੀ ਆ ਤਾਂ ਮਤਲਬ ਵੀ ਇਹਨਾਂ ਨੇ ਲੈ ਲਈ, ਇਹਨੇ ਡੈਥ ਹੋ ਗਈ ਤਾਂ ਉਹ 'ਤੇ ਮਤਲਬ ਵੀ 302 ਦੀ ਧਾਰਾ ਲੱਗੂਗੀ ਜੀ। ਓਕੇ, ਇਹ ਉਹਨਾਂ ਦਾ ਇੱਕ ਬਹੁਤ ਵਧੀਆ ਫੈਸਲਾ ਜੀ। ਚਲੋ ਉਹਨਾਂ ਨੇ ਬਹੁਤ ਫੈਸਲਾ ਲਿਆ ਹੈਗਾ, ਕਿਉਂ ਇਹਦੇ ਵਿੱਚ ਜਿਹੜੀ ਗਰੀਬ ਜਨਤਾ ਨਾ ਜੀ ਸਮਝ ਜੀ, ਉਹ ਗਰੀਬ ਜਨਤਾ ਜਿਹੜੀ ਦਾਰੂ ਆਪਣੀ ਆਮ ਮਹਿੰਗੀ ਬਹੁਤ ਹੋ ਚੁੱਕੀ ਹੈ ਜੀ। ਆਮ ਬੰਦਾ ਅਫੋਰਡ ਨਹੀਂ ਕਰਦਾ, ਜਿਹੜਾ ਬੰਦਾ ਦਿਹਾੜੀਦਾਰ ਵਾਲਾ ਉਹ ਨਹੀਂ ਪੀ ਸਕਦਾ ਜੀ, ਕਿਉਂ ਹਰੇਕ ਬੰਦਾ ਥੱਕਾ ਟੁੱਟਿਆ ਹੁੰਦਾ, ਹਰੇਕ ਕਹਿੰਦਾ ਚੱਲੇ ਪਊਆ ਲਾ ਲਈਏ ਯਾਰ। ਪਰ ਹੁਣ ਠੇਕੇ 'ਤੇ ਮਿਲਦੀ ਹੈ ਜੀ 350 ਦੀ ਬੋਤਲ ਘੱਟੋ ਘੱਟ ਦਿੱਤੀ ਅਤੇ ਨਾਲ ਮਗਲੀ ਗਲੀ 'ਚ ਜੀ ਉਹੀ ਮਤਲਬ ਬੋਤਲ ਜੀ 50 ਰੁਪਏ 60 ਰੁਪਏ ਦੀ ਮਿਲੀ ਜਾਂਦੀ ਹੈ ਜੀ। ਲਾਲਚ ਕਰਕੇ ਗਰੀਬ ਬੰਦਾ ਉੱਥੋਂ ਲੈ ਲੈਂਦਾ ਜੀ। ਉਹ ਹੁੰਦੀ ਨੀਰੀ ਸਪਿਲਟ ਹੈ ਜੀ, ਉਹਦੇ ਵਿੱਚ ਮਤਲਬ ਵੀ 2 ਨੰਬਰ ਸ਼ਰਾਬ ਹੁੰਦੀ ਹੈ ਜੀ, ਉਹ ਜ਼ਿਆਦਾ ਪੀਣ ਕਰਕੇ ਮਤਲਬ ਵੀ ਅਪ ਡੈਥਾਂ ਹੁੰਦੀਆਂ, ਜਿਹੜਾ ਕਿ ਸਾਡੇ ਮਾਨਯੋਗ ਕੈਪਟਨ ਸਾਹਿਬ ਨੇ ਵੀ ਫੈਸਲਾ ਲਿਆ ਮਤਲਬ ਵੀ ਇਹ ਵੀ ਮੌਤ ਦੀ ਸਜ਼ਾ ਮਿਲੂਗੀ। ਇਹ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਜੀ। ਅੱਛਾ ਦੇਖੋ, ਤੁਸੀਂ ਜਿਹੜੀ ਗੱਲ ਕੀਤੀ ਵੀ ਜਦੋਂ ਉੱਥੇ ਨਕਲੀ ਸ਼ਰਾਬ ਵਿਕਦੀ ਹੈ, ਨੋ ਡਾਊਟ ਜਾਨੀ ਨੁਕਸਾਨ ਜਿਹੜਾ ਹੁੰਦਾ, ਉੱਥੇ ਠੇਕੇਦਾਰ ਵੀ ਤਾਂ ਇਸ ਗੱਲ ਦਾ ਧਿਆਨ ਰੱਖਦੇ ਆ ਵੀ ਜਿੱਥੇ ਵੀ ਨਕਲੀ ਸ਼ਰਾਬ ਵਿਕਦੀ ਆ ਉਹਨਾਂ ਦੇ ਆਪਣੇ ਬੰਦੇ ਵੀ ਤਾਂ ਲੱਗੇ ਹੁੰਦੇ ਉਹਨਾਂ ਦੀ। ਪਰ ਜੀ ਦੇਖੋ ਚੋਰੀ ਛਿਪੇ ਮਤਲਬ ਵੀ ਸਭ ਵਿਕ ਜਾਂਦਾ ਜੀ, ਵਿਕਦੀ ਸ਼ਰਾਬ ਵਿਕਦੀ ਹੈ ਜੀ। ਹੁਣ ਵਿਕੀ ਜਾਂਦੀ ਹੈ ਸ਼ਰਾਬ ਤਾਂ ਜੀ। ਦੇਖੋ ਪੁਲਿਸ ਬਹੁਤ ਕੋਸ਼ਿਸ਼ ਕਰਦੀ ਹੈ ਜੀ, ਬਹੁਤ ਛਾਪੇਮਾਰੀ ਕਰ ਰਹੀ ਹੈ, ਪਰ ਫਿਰ ਵੀ ਮਤਲਬ ਵੀ ਕਿਤੇ ਨਾ ਕਿਤੇ ਮਤਲਬ ਵੀ ਦੀਵੇ ਥੱਲੇ ਅੰਧੇਰਾ ਹੋ ਜਾਂਦਾ ਜੀ। ਹੋ ਜਾਂਦਾ ਉਹੀ ਗੱਲ ਹੈ ਜੀ। ਦੇਖੋ ਪਹਿਲੀ ਗੱਲ ਤਾਂ ਇਹ ਵੀ ਮੇਰੇ ਹਿਸਾਬ ਨਾਲ ਸ਼ਰਾਬ ਪੀਣੀ ਨਹੀਂ ਚਾਹੀਦੀ। ਕਹਿੰਦੇ ਨੇ ਵੀ ਸਿਹਤ ਲਈ ਹਾਨੀਕਾਰਕ ਹੈ, ਵੈਸੇ ਉਹ ਬੋਟਲ 'ਤੇ ਵੀ ਲਿਖਿਆ ਹੁੰਦਾ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਸਰਕਾਰਾਂ ਵੇਚੀ ਵੀ ਜਾਂਦੀਆਂ, ਰੈਵਨਿਊ ਜਿਹੜਾ ਬਹੁਤ ਜਨਰੇਟ ਹੁੰਦਾ ਇਹਦੇ ਤੋਂ ਜਿਹੜੀ ਸ਼ਰਾਬ ਹੈ। ਸੋ ਇਸ ਕਰਕੇ ਆਪਾਂ ਪੁੱਛਦੇ ਹਾਂ ਢੱਲਾ ਸਾਹਿਬ ਨੂੰ, ਪੁੱਛਦੇ ਹਾਂ ਵੀ ਕਿਹੜੀ ਖਬਰ ਹੈ ਜਿਹਦੇ 'ਤੇ ਤੁਸੀਂ ਚਰਚਾ ਕਰਨਾ ਚਾਹੋਗੇ ਬ੍ਰਦਰ? ਦੇਖੋ ਜੀ ਜੀ ਮੈਂ ਤਾਂ ਜਿਹੜੀ ਅੱਜ ਦੀ ਰਾਜਨੀਤੀ ਹੈ ਉਹਦੇ 'ਤੇ ਚਰਚਾ ਕਰਨੀ ਚਾਹੁੰਦਾ ਹੈ ਕਿ ਮੈਂ ਰਾਜਨੀਤੀ ਨਾਲ ਬਹੁਤ ਚਿਰ ਤੋਂ ਪੁਰਾਣਾ ਜੁੜਿਆ ਹੋਇਆ ਹਾਂ। ਰਾਜਨੀਤੀ ਅੱਜ ਕੱਲ੍ਹ ਦੀ ਰਾਜਨੀਤੀ ਇਸ ਕਿਸਮ ਦੀ ਹੋ ਗਈ ਹੈ ਵੀ ਸਿਰਫ ਕੋਈ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਲੈਣੀਆਂ, ਵੋਟਾਂ ਲੈ ਕੇ ਆਪਦੇ ਬੰਦਿਆਂ ਨੂੰ ਅੱਗੇ ਲਿਆਉਣਾ ਅਤੇ ਰਾਜ ਕਰਨਾ ਲੋਕਾਂ 'ਤੇ ਅਤੇ ਕਮਾਈ ਕਰਨੀ। ਪਰ ਮੈਂ ਜਿੱਥੋਂ ਤੱਕ ਹੁਣ ਦੇਖੋ, ਮੈਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗਾ, ਹੁਣ ਮੈਂ ਕਾਂਗਰਸ ਪਾਰਟੀ ਨਾਲ ਜੁੜਿਆ ਅਤੇ ਮੈਂ ਜਿਹੜੀ ਚੀਜ਼ ਇੱਥੇ ਦੇਖੀ ਹੈ ਇਸ ਸ਼ਹਿਰ ਦੇ ਵਿੱਚ ਜਿਹੜਾ ਇੱਕ ਤਰੀਕੇ ਨਾਲ ਕੰਮ ਹੋ ਰਿਹਾ, ਸਿਸਟਮ ਨਾਲ ਕੰਮ ਹੋ ਰਿਹਾ ਹੈ। FM ਸਾਹਿਬ ਜੋ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਜੋ ਇੱਕ ਗਰੁੱਪ ਬਣਾਇਆ, FM ਮੋਨੀਟਰਿੰਗ ਸੈੱਲ ਬਣਾਇਆ, ਉਹਦੇ ਵਿੱਚ ਹਰ ਇੱਕ MC ਦਾ ਜਾਂ ਜੋ ਕੋਈ ਆਗੂ ਹੈ ਕਿਸੇ ਗਲੀ ਮੁਹੱਲੇ ਦਾ, ਉਹਦਾ ਵਿੱਚ ਨੰਬਰ ਫੀਡ ਕੀਤਾ ਹੋਇਆ, ਤਾਂ ਜੋ ਵੀ ਆਪਦੇ ਮੁਹੱਲੇ ਦੀ ਜਾਂ ਆਪਦੇ ਵਾਰਡ ਦੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਆਪਦੀ ਪ੍ਰੋਬਲਮ ਨੂੰ ਉਹਦੇ ਵਿੱਚ ਸ਼ੇਅਰ ਕਰਦਾ ਹੈ। ਅਤੇ ਨਾਲ ਹੀ ਉਸ ਦੇ ਵਿੱਚ ਜਿੰਨੇ ਵੀ ਸਾਡੇ ਆਫਿਸਰ ਹੈ, ਕੋਈ ਐਕਸੀਅਨ ਵਗੈਰਾ ਹੈ ਜਾਂ ਜੋ SDO ਹੈ, ਉਹਨਾਂ ਦੇ ਨੰਬਰ ਵੀ ਸ਼ੇਅਰ ਕੀਤੇ ਹੋਏ ਹੈ।
ਤਾਂ ਉਹ ਉਹਨਾਂ ਕੋਲੇ ਵੀ ਗੱਲ ਪਹੁੰਚਦੀ ਹੈ ਔਰ ਉਹਨਾਂ ਨੂੰ ਇਹ ਹਦਾਇਤ ਕੀਤੀ ਵੀ ਹੈ ਕਿ ਨਾਲ ਦੀ ਨਾਲ ਤੁਸੀਂ ਇਸ ਪੁਆਇੰਟ ਨੂੰ ਚੱਕ ਕੇ ਤੇ ਇਹਦਾ ਮਸਲਾ ਹੱਲ ਕਰਨਾ ਹੈ। ਔਰ ਮਸਲਾ ਹੱਲ ਕਰਕੇ ਨਾਲ ਦੀ ਨਾਲ ਉਹਦੇ ਵਿੱਚ ਰਿਪੋਰਟ ਦਿੱਤੀ ਜਾਂਦੀ ਹੈ ਕਿ ਦੇਖੋ ਜੀ ਤੁਹਾਡੀ ਜਿਹੜੀ ਪ੍ਰੋਬਲਮ ਸੀ ਉਹ ਇੰਨੇ ਚਿਰ ਦੇ ਵਿੱਚ ਅਸੀਂ ਸੋਲਵ ਕੀਤੀ ਹੈ। ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਹੈ ਜਿਹੜੀ ਕਿ ਅੱਜ ਤੱਕ ਮੈਂ ਰਾਜਨੀਤੀ ਦੇ ਵਿੱਚ ਰਹਿ ਕੇ ਕਦੇ ਵੀ ਕਿਸੇ ਪਾਰਟੀ ਤੋਂ ਇਹ ਗੱਲ ਨਹੀਂ ਦੇਖੀ ਔਰ ਮੈਂ ਇਸ ਗੱਲ ਦੀ ਬਹੁਤ ਸ਼ਲਾਘਾ ਕਰਦਾ ਜੋ ਇਹ FM ਸਾਹਿਬ ਨੇ ਨਵਾਂ ਸਿਸਟਮ ਸ਼ੁਰੂ ਕੀਤਾ। ਦੇਖੋ ਇਹੀ ਹੁੰਦਾ ਹੈ ਹਰ ਖੇਤਰ ਦੇ ਵਿੱਚ ਜਦੋਂ ਤੁਸੀਂ ਕੁਝ ਨਵੀਨੀਕਰਨ ਨਹੀਂ ਲੈ ਕੇ ਆਉਂਦੇ, ਕੁਝ ਨਵਾਂ ਨਹੀਂ ਲੈ ਕੇ ਆਉਂਦੇ ਤੇ ਉਹ ਫਿਰ ਉਹ ਨਾ ਉਹਨਾਂ ਸਕਸੈਸ ਨਹੀਂ ਹੋ ਪਾਉਂਦਾ। ਵਧੀਆ ਸੋਚ ਹੈ, ਜੇ ਚੰਗੀ ਸੋਚ ਹੈ ਵੀ ਜੇ ਇਹ ਲੋਕ ਇਦਾਂ ਕਰਦੇ ਨੇ ਵੀ ਸਾਰੇ ਜਿੰਨੇ ਜਿੱਤੇ ਹੋਏ MC ਨੇ ਜਾਂ ਜਿੱਥੇ ਹਾਰੇ ਨੇ ਤਾਂ ਉੱਥੇ ਫਿਰ ਉਹੀ ਗੱਲ ਹੈ ਵੀ ਏਰੀਆ ਇੰਚਾਰਜ ਲਗਾ ਦਿੱਤਾ ਹੋਣਾ ਵੀ ਠੀਕ ਹੈ ਜੀ ਤੁਸੀਂ ਆਪਣੇ ਆਪਣੇ ਏਰੀਏ ਦੇ ਜਿਹੜੇ ਕੰਮ ਕਰਵਾਉਣੇ ਨੇ ਉਹ ਇਸ ਤਰੀਕੇ ਨਾਲ ਕਰਵਾਉਣੇ। ਅਸੀਂ ਸਾਰੇ ਚਾਹੁੰਦੇ ਵੀ ਇਹੀ ਆ ਕਿ ਯਾਰ ਇੱਦਾਂ ਹੀ ਹੋਣਾ ਚਾਹੀਦਾ। ਆਪਣੇ ਏਰੀਏ ਦਾ ਜਿਹੜੀ ਡਿਵੈਲਪਮੈਂਟ ਹੈ ਉਹ ਹੋਣੀ ਜ਼ਰੂਰ ਚਾਹੀਦੀ ਹੈ। ਡਿੰਪੀ ਹੋਣੀ ਕੀ ਹਾਲ? ਠੀਕ ਹੈ ਜੀ। ਪਹਿਲਾਂ ਤਾਂ ਗੱਲ ਜਿਹੜੀ ਆਪਾਂ ਪਰਸੋਂ 7 'ਚ ਗੱਲ ਕੀਤੀ ਸੀ ਉਹ ਆ ਸਬੂਤ ਪਿਆ, ਇਹਨੂੰ ਦਿਖਾਇਆ ਜਾਵੇ। ਕੀ ਬਾਤ ਹੈ ਜੀ। ਇਹਦੇ 'ਚ ਲਿਖਿਆ ਇਹਨਾਂ ਨੇ ਬਠਿੰਡਾ 'ਚ 5 ਸਾਲ ਦੀ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਖਾਧਾ। ਇੱਕ ਵਾਰੀ ਮੈਂ ਦਿਖਾ ਦਿਆਂ। ਦੇਖੋ ਇਹ ਖਬਰ ਹੈ ਜੀ, ਇਹ ਅਖਬਾਰ ਦੇ ਵਿੱਚ ਆਈ ਹੈ। ਇਹਦਾ ਮੁੱਦਾ ਚੱਕਿਆ ਜਾਵੇ, ਇਹਦਾ ਮੁੱਦਾ ਚੁੱਕਿਆ ਜਾਣਾ ਚਾਹੀਦਾ ਹੈ। ਵਾਕਈ ਹੀ ਡਿੰਪੀ ਹੋਰਾਂ ਨੇ ਗੱਲ ਜਿਹੜੀ ਕੀਤੀ ਹੈ ਵਾਜਿਬ ਕੀਤੀ ਹੈ ਕਿਉਂਕਿ ਆਵਾਰਾ ਕੁੱਤਿਆਂ ਦਾ ਜਿਹੜਾ ਡਰ ਹੈ ਨਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਠੀਕ ਹੈ ਨੌਜਵਾਨ ਇਨਸਾਨ ਹੈ, ਨੌਜਵਾਨ ਮਨੁੱਖ ਹੈ, ਸ਼ਖਸ ਹੈ, ਭੈਣ ਹੈ ਕੋਈ, ਉਹ ਤਾਂ ਭੱਜ ਕੇ ਪਾਸੇ ਹੋ ਜਾਊ ਪਰ ਬੱਚਾ ਭੱਜ ਕੇ ਕਿੱਥੇ ਜਾਊ, ਬਜ਼ੁਰਗ ਕਿੱਥੇ ਜਾਣਗੇ। ਇੱਕ ਮਿਸਾਲ ਤੁਹਾਨੂੰ ਮਿਲ ਗਈ ਜੀ ਵੀ ਜਿਹੜਾ ਬਠਿੰਡਾ 5 ਸਾਲ ਦੀ ਬੱਚੀ ਨੂੰ ਆਵਾਰਾ ਕੁੱਤੇ ਨੇ, ਤਾਂ ਜ਼ਿੰਮੇਵਾਰ ਕੌਣ ਹੈ? ਇਹਦਾ ਜ਼ਿੰਮੇਵਾਰ ਜਿਹੜੇ ਹੁਣ ਤੁਸੀਂ ਇਹ ਦੇਖੋ ਜੀ ਕਾਰਪੋਰੇਸ਼ਨ 'ਚ ਬਣਾਏ ਹੋਏ ਇਹਨਾਂ ਨੇ ਕੁੱਤਿਆਂ ਨੂੰ ਚੱਕਣ ਵਾਲੇ, ਗਾਵਾਂ ਨੂੰ ਕਰਨ ਵਾਲੇ, ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰਦਾ ਵੀ ਇਹ ਚੀਜ਼ ਨੂੰ ਗੰਭੀਰਤਾ ਨਾਲ ਦੇਖਣ ਜਿਹੜੀ ਇਹ ਚੀਜ਼ ਹੋਈ ਹੈ। ਹਾਂ ਬਿਲਕੁਲ ਇਹੀ ਗੱਲ ਹੈ। ਅਸੀਂ ਪਤਾ ਕੀ ਹੁੰਦਾ, ਅਸੀਂ ਕਈ ਮੁੱਦੇ ਇੱਦਾਂ ਦੇ ਹੁੰਦੇ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ। ਅਸੀਂ ਸੋਚਦੇ ਹਾਂ ਵੀ ਛੱਡ ਯਾਰ ਕੋਈ ਗੱਲ ਨਹੀਂ ਹੋ ਗਿਆ, ਪਰ ਜਦੋਂ ਇੱਦਾਂ ਦੇ ਜਦੋਂ ਕੋਈ ਇਨਸੀਡੈਂਟ ਹੁੰਦੇ ਨੇ ਤਾਂ ਉਦੋਂ ਫਿਰ ਨਾ ਇੱਕ ਸਾਡਾ ਅੰਦਰਲਾ ਵਲੂੰਦਰਿਆ ਜਾਂਦਾ। ਉਦੋਂ ਲੱਗਦਾ ਯਾਰ ਵੀ ਨਹੀਂ ਯਾਰ ਕਿਤੇ ਨਾ ਕਿਤੇ ਅਸੀਂ ਲੋਕ ਗਲਤੀ ਕਰ ਰਹੇ ਹਾਂ। ਮਿਸਟਰ ਸੰਧੂ, ਇਸੇ ਖਬਰ ਦੇ ਵਿੱਚ ਨਾ ਇਹ ਹੈ ਕਿ ਜਿਸ ਤਰ੍ਹਾਂ ਡੌਗ ਬਾਈਟ ਜਾਂ ਕੁੱਤੇ ਦਾ ਵੱਢਿਆ ਹੋਇਆ ਜਿਹੜਾ ਲਿਖਿਆ ਵੀ ਕੁੱਤਿਆਂ ਨੇ ਬੱਚੀ ਨੂੰ ਖਾਧਾ, ਲੇਕਿਨ ਇਹਦੇ ਵਿੱਚ ਇੱਕ ਇਹ ਵੀ ਤੱਥ ਪੇਸ਼ ਕੀਤਾ ਗਿਆ ਖਬਰ ਦੇ ਵਿੱਚ ਅੱਜ ਕਿ ਹੋ ਸਕਦਾ ਹੈ ਉਹਨਾਂ ਦੇ ਜਿਹੜੇ ਪੇਰੈਂਟਸ ਨੇ, ਜਿਹੜੇ ਕੁੜੀ ਦੇ ਮਾਪਿਓ ਨੇ, ਉਹਨਾਂ ਨੇ ਇਹ ਬਲੇਮ ਕੀਤਾ ਹੈ ਕਿ ਸਾਡੀ ਬੱਚੀ ਦਾ ਮਰਡਰ ਕੀਤਾ ਗਿਆ ਤੇ ਮਰਡਰ ਕਰਨ ਤੋਂ ਬਾਅਦ ਇਹਨੂੰ ਕੁੱਤਿਆਂ ਨੇ ਖਾਧਾ ਹੈ। ਕੁੱਤਿਆਂ ਵਾਲਾ ਜਿਹੜਾ ਮੁੱਦਾ ਹੈ ਬਹੁਤ ਹੀ ਗੰਭੀਰ ਹੈ ਕਿਉਂਕਿ ਇੰਨੇ ਜ਼ਿਆਦਾ ਆਵਾਰਾ ਕੁੱਤੇ ਗਲੀਆਂ ਦੇ ਵਿੱਚ ਫਿਰ ਰਹੇ ਨੇ, ਪਰ ਇਸ ਅਜੇ ਖਬਰ ਦੀ ਅਸੀਂ ਇਹਨੂੰ ਅਥੈਂਟੀਕੇਟ ਨਹੀਂ ਕਰ ਸਕਦੇ ਜਦੋਂ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ। ਹਾਂ, ਇਹ ਮੁੱਦਾ ਬਹੁਤ ਅੱਛਾ ਹੈ ਕਿ ਕੁੱਤੇ ਸ਼ਹਿਰ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਬੂ ਕੀਤਾ ਜਾਵੇ ਜਾਂ ਉਹਨਾਂ ਦਾ ਜਿਹੜੀ ਕਾਸਟ੍ਰੇਸ਼ਨ ਕੀਤੀ ਜਾਵੇ, ਮਤਲਬ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ ਖੱਸੀ ਕਰਨਾ, ਉਹ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਬਰੀਡ ਆ ਉਹ ਅੱਗੇ ਨਾ ਵਧ ਸਕੇ। ਬਾਕੀ ਮੇਰਾ ਤਾਂ ਜਿਹੜਾ ਹੈ ਮੁੱਦਾ ਅੱਜ ਦਾ ਹੈ ਪੰਜਾਬ ਦੀ ਬੈਕਬੋਨ, ਪੰਜਾਬ ਦੀ ਇਕੋਨਮੀ, ਖੇਤੀ ਦੇ ਨਾਲ ਸੰਬੰਧਿਤ ਅੱਜ ਇੱਕ ਬਹੁਤ ਵੱਡੀ ਖਬਰ ਆ ਕਿ ਜਿਹੜਾ ਇਹ ਟੈਂਪਰੇਚਰ ਦੀ ਇੱਕੋ ਦਮ ਦੀ ਵਧਿਆ, ਜਿਹੜਾ ਤਾਪਮਾਨ ਦਾ ਵਾਧਾ ਇੱਕੋ ਦਮ, ਉਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਫਸਲ ਆ, ਉਹ ਜਿਹੜੇ ਸਾਡੇ ਜਾਣਕਾਰ ਨੇ ਖੇਤੀ ਨਾਲ ਸੰਬੰਧਿਤ ਨੇ, ਉਹਨਾਂ ਦਾ ਮੰਨਣਾ ਹੈ ਕਿ ਕਰੀਬ 7 ਤੋਂ 8% ਜਿਹੜੀ ਯੀਲਡ ਆ, ਜਿਹੜੀ ਉਪਜ ਆ, ਉਹ ਘਟੂਗੀ, ਜਿਹੜੀ ਕਿ ਸਾਡੇ ਕਿਸਾਨ ਦੇ ਵਾਸਤੇ ਅੱਜ ਦੀ ਇੱਕ ਮਾੜੀ ਖਬਰ ਆ। ਅਸੀਂ ਸਾਰੇ ਚਾਹੇ ਕੁਝ ਵੀ ਕਰੀਏ ਲੇਕਿਨ ਸਾਡੀ ਜਿਹੜੀ ਰੀੜ ਹੈ ਉਹ ਪੰਜਾਬ ਦੀ ਖੇਤੀ ਆ। ਤਾਂ ਇਹ ਇੱਕ ਬਹੁਤ, ਹਾਲਾਂਕਿ ਇਹਦੇ ਵਿੱਚ ਕਿਸੇ ਸਰਕਾਰ ਦਾ ਜਾਂ ਕਿਸੇ ਬੰਦੇ ਦਾ ਤਾਂ ਕੋਈ ਕਸੂਰ ਨਹੀਂ ਹੈਗਾ, ਕੁਦਰਤ ਵੱਲੋਂ ਹੀ ਮੌਸਮ 'ਚ ਵਾਧਾ ਹੋਇਆ, ਲੇਕਿਨ ਬੰਦਿਆਂ ਦਾ ਇਹਦੇ 'ਚ ਇਹ ਕਸੂਰ ਆ, ਲੋਕਾਂ ਦਾ ਜਾਂ ਸਾਡਾ ਲੋਕਾਂ ਦਾ ਇਹ ਕਸੂਰ ਆ ਕਿ ਅਸੀਂ ਪੋਲਿਊਸ਼ਨ ਨੂੰ, ਕਾਰਾਂ ਨੂੰ, ਹੋਰ ਤਰੀਕਿਆਂ ਨਾਲ ਇੰਨਾ ਕੁ ਜ਼ਿਆਦਾ ਵਧਾਤਾ ਹੈ ਕਿ ਜਿਹੜਾ ਮੌਸਮ ਆ ਉਹ ਅਨਸਰਟਨ ਇੱਕੋ ਦਮ ਬਦਲ ਰਿਹਾ ਹੈ। ਇਹ ਜਿਹੜੀ ਚੀਜ਼ ਆ ਇਹ ਸਾਡੇ ਵਾਸਤੇ ਘਾਤਕ ਆ। ਇਹ ਚੀਜ਼ ਸ਼ੋਅ ਕਰਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਨਾਰਮਲ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ, ਜਿਹਦੇ ਨਾਲ ਅਸੀਂ ਵਾਤਾਵਰਨ ਨੂੰ ਥੋੜ੍ਹਾ ਠੀਕ ਰੱਖ ਸਕੀਏ। ਮੌਸਮ ਦੇ ਨਾਲ ਅਸੀਂ ਜ਼ਿਆਦਾ, ਕੁਦਰਤ ਨਾਲ ਜ਼ਿਆਦਾ ਖਿਲਵਾੜ ਨਾ ਕਰੀਏ। ਜੇ ਅਸੀਂ ਕੁਦਰਤ ਨਾਲ ਜ਼ਿਆਦਾ ਖਿਲਵਾੜ ਕਰਾਂਗੇ ਤਾਂ ਮੌਸਮ ਇੱਦਾਂ ਹੀ ਬਦਲਣਗੇ। ਜਿਵੇਂ ਪਿੱਛੇ ਜਿਹਾ
ਉੱਤਰਾਖੰਡ ਦੇ ਵਿੱਚ ਇੱਕ ਟ੍ਰੈਜਡੀ ਹੋਈ ਆ, ਬਿਲਕੁਲ ਉਹ ਵੀ ਤਾਂ ਹੀ ਹੋਈ ਆ ਕਿ ਜੇ ਵਾਤਾਵਰਣ ਨੂੰ ਅਸੀਂ ਜ਼ਿਆਦਾ ਛੇੜਛਾੜ ਕੀਤੀ, ਕੁਦਰਤ ਨਾਲ ਛੇੜਛਾੜ ਕੀਤੀ, ਤਾਂ ਇੱਕ ਬਹੁਤ ਵੱਡੀ ਟ੍ਰੈਜਡੀ ਹੋਈ ਜਿਹਦੇ ਵਿੱਚ ਬਹੁਤ ਹੀ ਕੀਮਤੀ ਜਾਨਾਂ ਕਰੀਬ 270 ਜਾਨਾਂ ਸਰਕਾਰ ਦੇ ਆંકੜਿਆਂ ਦੇ ਮੁਤਾਬਕ ਚਲੀਆਂ ਗਈਆਂ ਨੇ। ਤਾਂ ਮੈਂ ਤਾਂ ਇਹ ਅੱਜ ਦੇ ਮੁੱਦੇ ਤੇ ਇਹ ਸੋਚਦਾ ਕਿ ਅੱਜ ਤਾਂ ਸਭ ਤੋਂ ਜ਼ਿਆਦਾ ਵੱਡਾ ਸੋਚਣ ਵਾਲਾ ਮੁੱਦਾ ਜਿਹੜਾ ਸਾਡਾ, ਉਹ ਬਹੁਤ ਸਾਰੇ ਪੋਲੀਟੀਕਲ ਮੁੱਦੇ ਨੇ, ਬਹੁਤ ਸਾਰੇ ਮੁੱਦੇ ਨੇ ਸਰਕਾਰ ਦੇ ਵਿੱਚ, ਡੀਜ਼ਲ ਦੇ ਨੇ, ਤੇਜ਼ੀ ਦੇ ਵਿੱਚ ਜਿਹੜੀ ਹੈਗੀ ਹੈ ਇਕੋਨਮੀ ਬਹੁਤ ਥੱਲੇ ਜਾ ਰਹੀ ਹੈ, ਉਹਦੇ ਮੁੱਦੇ ਨੇ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਉਹ ਕ੍ਰਾਈਮ ਦੇ ਵਿੱਚ ਜਾ ਰਹੇ ਨੇ, ਇਹ ਮੁੱਦੇ ਨੇ। ਪਰ ਉਹਨਾਂ ਸਭ ਤੋਂ ਜ਼ਿਆਦਾ ਜਿਹੜਾ ਗੌਰ ਨਾਲ ਤੱਕਣ ਵਾਲਾ ਤੇ ਸੋਚਣ ਵਾਲਾ ਮੁੱਦਾ ਹੈ, ਉਹ ਹੈਗਾ ਮੌਸਮ ਨਾਲ ਸੰਬੰਧਿਤ, ਤੇ ਉਹਦੇ ਵਿੱਚ ਅਸੀਂ ਸਾਰੇ ਹੀ ਹਿੱਸੇਦਾਰ ਆ, ਭਾਗੀਦਾਰ ਆ। ਮਤਲਬ ਅਸੀਂ ਇੱਕ ਦੂਜੇ ਨੂੰ ਬਲੇਮ ਜੋ ਮਰਜ਼ੀ ਕਰ ਦਈਏ, ਲੇਕਿਨ ਸਾਡਾ ਸਭ ਦਾ ਬਰਾਬਰ ਯੋਗਦਾਨ ਆ ਮੌਸਮ ਨੂੰ ਖਰਾਬ ਕਰਨ ਦੇ ਵਿੱਚ। ਮੇਰਾ ਤਾਂ ਇਹ ਵਿਚਾਰ ਹੈ। ਬਿਲਕੁਲ ਜੀ, ਬਿਲਕੁਲ। ਮਿਸਟਰ ਸੰਧੂ ਨੇ ਜਿਹੜੀ ਗੱਲ ਕੀਤੀ ਕਿ ਅਸੀਂ ਇਹ ਕਹਿੰਦੇ ਸੀ ਵੀ ਕਿਸੇ ਦਾ ਕਸੂਰ ਨਹੀਂ, ਇੰਨਾ ਇਹਨਾਂ ਨੇ ਆਪਣੀ ਗੱਲ ਹੀ ਉਹਨੂੰ ਫਿਰ ਥੋੜੀ ਦਰੁਸਤ ਕੀਤੀ ਵੀ ਇਹਦੇ 'ਚ ਵਾਕਈ ਅਸੀਂ ਸਾਰੇ ਇਨਸਾਨ ਆ ਜਿਹੜੇ ਉਹ ਭਾਗੀਦਾਰ ਆ ਇਹਨੂੰ ਖਰਾਬ ਕਰਨ ਲਈ, ਕਿਉਂਕਿ ਅਸੀਂ ਮਸ਼ੀਨੀ ਯੁੱਗ ਦੇ ਵਿੱਚ ਰਹਿੰਦੇ ਹੋਏ ਆਪ ਵੀ ਮਸ਼ੀਨਾਂ ਬਣਦੇ ਗਏ ਆ ਤੇ ਬਣ ਚੁੱਕੇ ਆ। ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਤੁਸੀਂ ਕੁਝ ਕਹਿ ਰਹੇ ਸੀਗੇ। ਮੈਂ ਕਹਿੰਦਾ ਜਿਵੇਂ ਤੁਹਾਨੂੰ ਸਾਹਮਣੇ ਕਿਹਾ ਨਾ, ਮਤਲਬ ਵੀ ਜਿੱਥੇ ਹੁਣ ਕਾਂਡ ਵਾਪਰਿਆ ਜੀ ਚੰਬੋਲੀ ਦੇ ਵਿੱਚ, ਉਹ ਕਿਉਂ ਵਾਪਰਿਆ ਜੀ? ਉੱਥੇ ਜਿਹੜਾ ਪ੍ਰੋਜੈਕਟ ਲੱਗ ਰਿਹਾ ਸੀਗਾ, ਉਹ ਉੱਥੇ ਇੰਨੇ ਬੰਬ ਬਲਾਸਟ ਹੋਏ ਆ ਜੀ, ਇੰਨੇ ਕੁ ਬੰਬ ਬਲਾਸਟ ਹੋਇਆ ਵੀ ਇੰਨਾ ਕੁ ਜ਼ਿਆਦਾ ਉੱਥੇ ਆਪਣਾ ਪ੍ਰਦੂਸ਼ਣ ਹੋ ਗਿਆ ਕਿ ਜਿਹੜਾ ਉੱਤੇ ਆਪਾਂ ਗਲੇਸ਼ੀਅਰ ਸੀ ਉਹ ਢਲ ਗਿਆ ਜੀ, ਢਲ ਗਿਆ। ਇਹੀ ਮਤਲਬ ਵੀ ਕਈ ਫੈਕਟਰੀਆਂ ਉੱਥੇ ਹੋਰ ਲੱਗੀਆਂ ਹੋਈਆਂ ਜੀ, ਜਿੱਥੇ ਕਿ ਉੱਥੇ ਵੀ ਇੰਨਾ ਜ਼ਿਆਦਾ ਪ੍ਰਦੂਸ਼ਣ ਹੈ, ਉਹ ਪ੍ਰਦੂਸ਼ਣ ਨਾਲ ਆਪਣਾ ਜਿਹੜਾ ਗਲੇਸ਼ੀਅਰ ਉਹ ਆਪ ਢਲ ਰਿਹਾ ਜੀ, ਉਹਦੇ ਕਰਕੇ ਆਪਣਾ ਗਰਮੀ ਵੱਧ ਰਹੀ ਹੈ ਜੀ। ਮਤਲਬ ਕੁਝ ਆਪਣੇ ਹੱਥ ਵੀ ਹੈਗਾ, ਬੰਦੋਬਸਤ ਵੀ ਹੈਗਾ ਵੀ ਗੌਰਮੈਂਟਾਂ ਨੂੰ, ਆਪਣੇ ਸਰਕਾਰਾਂ ਨੂੰ ਚਾਹੀਦਾ ਹੈ ਵੀ ਜਿੱਥੇ ਗਲੇਸ਼ੀਅਰ ਹੈ ਉਹਦੇ ਨੇੜੇ ਤੇੜੇ ਮਤਲਬ ਵੀ ਕੋਈ ਇਹੋ ਜਿਹਾ ਤਾਪਮਾਨ ਵਾਲਾ ਕੋਈ ਇਹੋ ਜਿਹਾ ਕੋਈ ਬੰਬ ਬਲਾਸਟ ਜਾਂ ਉਹ ਨਾ ਕੀਤਾ ਜਾਵੇ, ਤਾਂ ਕਿ ਆਪਣਾ ਗਲੇਸ਼ੀਅਰ ਨਾ ਢਲੇ। ਜੇ ਗਲੇਸ਼ੀਅਰ ਢਲੂਗਾ ਤਾਂ ਅਫਸੋਸਲੀ ਗਰਮੀ ਪੈਦਾ ਹੋਊਗੀ। ਬਿਲਕੁਲ। ਮਿਸਟਰ ਕਾਲਰਾ, ਸਤਿ ਸ਼੍ਰੀ ਅਕਾਲ ਸਮਿੰਦਰ ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਸਕਰੀਨ ਦੇ ਸਾਹਮਣੇ ਲੈ ਕੇ ਆਏ ਹੋ। ਤੇ ਮੈਂ ਤਾਂ ਖਬਰ, ਕੱਲ ਬਜਟ ਪੇਸ਼ ਹੋ ਰਿਹਾ ਸਰਕਾਰ ਵੱਲੋਂ, ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ ਉਹ ਖਬਰ ਤੇ ਜਿਹੜਾ ਧਿਆਨ ਦਿੱਤਾ ਜਾ ਰਿਹਾ ਸੀ। ਤੇ ਇਹ ਸਰਕਾਰ ਦਾ ਜਿਹੜਾ ਇਹ ਆਖਰੀ ਬਜਟ ਹੈ, ਤੇ ਸਾਡੀ ਵੀ ਜਿਹੜੀਆਂ ਸ਼ਹਿਰ ਦੇ ਲੋਕਾਂ ਦੀਆਂ, ਪੰਜਾਬ ਦੇ ਲੋਕਾਂ ਦੀ ਇੱਕ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਬਜਟ ਹੈ ਉਹ ਬਹੁਤ ਹਰ ਵਰਗ ਲਈ ਵਧੀਆ ਲੈ ਕੇ ਆਵੇ। ਤੇ ਅਸੀਂ ਵੀ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਕਿ ਜਿਹੜਾ ਬਜਟ ਹੈ ਉਹ ਹਰ ਵਰਗ ਲਈ ਚੰਗਾ ਹੋਵੇ, ਤਾਂ ਕਿ ਬਜਟ ਦੀ ਲੋਕਾਂ ਨੂੰ ਜਿਹੜਾ ਲਾਭ ਹੈ ਉਹ ਮਿਲ ਸਕੇ। ਇਸ 'ਤੇ ਜਿਹੜੀ ਚਰਚਾ ਚੱਲ ਰਹੀ ਸੀ, ਤੇ ਜਿਹੜੀਆਂ ਕੁਝ ਸੜਕਾਂ ਹੈ ਕੈਪਟਨ ਸਰਕਾਰ ਵੱਲੋਂ ਪਾਸ ਕੀਤੀਆਂ ਗਈਆਂ, ਉਹਦੇ ਲਈ ਵੀ ਅਸੀਂ ਸ਼ਲਾਘਾ ਕਰ ਰਹੇ ਹਾਂ। ਪਰ ਸਾਡੀ ਜਿਹੜੀ ਇਹੀ ਮੰਗ ਹੈ ਵੀ ਜਿਹੜਾ ਬਜਟ ਹੈ ਉਹ ਵਧੀਆ ਹੋਣਾ ਚਾਹੀਦਾ ਹੈ, ਹਰ ਵਰਗ ਨੂੰ ਜਿਹੜਾ ਵਧੀਆ, ਤੇ ਕੁਝ ਜਿਹੜੇ ਸਰਕਾਰਾਂ ਨੇ ਜਿਹੜੇ ਆਪਣੇ ਵਾਅਦੇ ਕੀਤੇ ਆ, ਉਹ ਵਾਅਦਿਆਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਕੀਤਾ ਜਾਵੇ। ਇਹੀ ਸਾਡਾ ਜਿਹੜਾ ਮੁੱਦਾ ਅੱਜ ਦਾ ਜਿਹੜਾ ਇਸੇ ਚਰਚਾ ਕੀਤੀ ਜਾ ਰਹੀ ਸੀ। ਬਿਲਕੁਲ ਜੀ। ਦੇਖੋ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਬਜਟ ਹੈ ਜਿਹੜਾ ਉਹ ਲਾਸਟ ਬਜਟ ਹੈ ਇਸ ਸਰਕਾਰ ਦਾ, ਤੇ ਇਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਜਿਹੜੇ ਵਾਅਦੇ ਹੈ ਉਹ ਪੂਰੇ ਕਰ ਲੈਣ, ਕਿਉਂਕਿ ਟਾਈਮ ਵੀ ਇਹ ਸਰਕਾਰ ਦਾ ਫਿਲਹਾਲ ਇਸ ਟਰਮ ਦਾ ਟੈਨਿਓਰ ਦਾ ਥੋੜ੍ਹਾ ਹੀ ਰਹਿ ਗਿਆ, ਕੋਈ ਜ਼ਿਆਦਾ ਨਹੀਂ ਕਹਿ ਸਕਦੇ ਆਪਾਂ। ਬਾਕੀ ਇਹ ਹੁੰਦਾ ਕਿ ਫਾਈਨਾਂਸ ਮਿਨਿਸਟਰ ਨੇ ਜਿਹੜੇ ਪੰਜਾਬ ਦੇ, ਉਹ ਸਾਡੇ ਇੱਥੋਂ ਦੇ MLA ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਣੀ, ਤੇ ਜਿਵੇਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਅਲੱਗ ਆਈਡੀਆਜ਼ ਲੈ ਕੇ ਆਏ ਨੇ ਬਠਿੰਡੇ ਦੇ ਵਿੱਚੋਂ, ਜਾਂ ਉਹਨਾਂ ਨੇ ਬੜੀਆਂ ਤੇਜ਼ੀ ਨਾਲ ਇੱਥੇ ਡਿਵੈਲਪਮੈਂਟ ਕਰਵਾਈ ਹੈ, ਉਸੇ ਤਰੀਕੇ ਨਾਲ ਜੇ ਸਾਰੇ ਪੰਜਾਬ ਦੇ ਵਿੱਚ ਹੋਵੇ ਤਾਂ ਮੈਨੂੰ ਲੱਗਦਾ ਪੰਜਾਬ ਦੀ ਨੁਹਾਰ ਹੈ ਉਹ ਬਦਲੀ ਜਾ ਸਕਦੀ ਹੈ। ਬਬਲੀ ਜੀ, ਹਾਂਜੀ ਕੀ ਹਾਲ? ਠੀਕ ਠਾਕ ਸਮਿੰਦਰ ਜੀ। ਕਿਹੜੇ ਮੁੱਦੇ ਤੇ ਗੱਲ ਕਰਨੀ? ਬੇਰੁਜ਼ਗਾਰੀ ਬਹੁਤ ਹੀ ਜ਼ਿਆਦਾ ਕੋਈ ਵੀ ਹੋਈ ਵੀ ਹੈ ਸਾਰੇ ਪੰਜਾਬ 'ਚ ਕਿ ਹਿੰਦੁਸਤਾਨ 'ਚ। GST ਤੇ ਨੋਟਬੰਦੀ ਨੇ, ਦੋਨਾਂ ਨੇ, ਮੋਦੀ ਸਾਹਿਬ ਕਹਿੰਦੇ ਸੀ 2 ਕਰੋੜ ਨੌਕਰੀਆਂ ਦੇਵਾਂਗੇ, ਪੰਜਾਬ 'ਚ ਵੀ ਨੌਕਰੀਆਂ ਕਿਤੇ ਨਹੀਂ ਮਿਲ ਰਹੀਆਂ ਬੱਚਿਆਂ ਨੂੰ। ਇਹ ਨੌਜਵਾਨ ਮੁੰਡਾ ਬੈਠਾ ਹੈ, ਇਹ ਮੈਨੂੰ ਲੱਗਦਾ ਜੁੱਡੋ, ਕੀ ਨਾਮ ਬੱਚੇ? ਮੇਰਾ ਅਮਨ ਨਾਮ ਹੈ ਜੀ। ਅਮਨ, ਹਾਂ ਦੱਸਿਆ ਸੀ। ਅਮਨ, ਜਿਸ ਤਰ੍ਹਾਂ ਇਹਨਾਂ ਨੇ ਬਬਲੀ ਹੋਰਾਂ ਨੇ ਗੱਲ ਕੀਤੀ ਕਿ ਬੇਰੁਜ਼ਗਾਰੀ, ਤੁਸੀਂ ਤਾਂ ਹਲੇ ਸਟੂਡੈਂਟ ਹੋ, ਕੀ ਆਸ ਲੱਗਦੀ ਹੈ? ਬੇਰੁਜ਼ਗਾਰੀ ਇਹਦਾ ਹੀ ਮੇਨ ਤਾਂ ਇਹੀ ਲਾ ਲਓ, ਸਾਡੇ ਵਰਗੇ ਕੁਝ ਸਟੂਡੈਂਟ, ਕੁਝ ਨਹੀਂ ਬਹੁਤ ਹੀ ਜ਼ਿਆਦਾ, ਆਪਣੇ ਪੰਜਾਬ ਦਾ ਜਿਸ ਹਿਸਾਬ ਦਾ ਲੈਵਲ ਚੱਲ ਰਿਹਾ ਹੈ ਉਸ ਹਿਸਾਬ ਨਾਲ ਸਾਰੇ, ਮਤਲਬ ਕਈਆਂ ਦੇ ਮਾਪਿਓ ਜਿੰਨੇ ਹੈਗੇ ਆ ਜੀ, ਬੇਰੁਜ਼ਗਾਰੀ ਇੰਨੀ ਹੈ ਨਹੀਂ ਇੰਡੀਆ 'ਚ ਜਿੰਨੀ ਬਣਾ ਰੱਖੀ ਹੈ ਜੀ। ਅੱਛਾ, ਕਿੱਦਾਂ? ਜਿਵੇਂ ਬਲੈਕ ਮਨੀ, ਮੇਨ ਬਲੈਕ ਮਨੀ ਹੈ ਜੀ ਆਪਣੇ ਇੰਡੀਆ 'ਚ। ਬਲੈਕ ਮਨੀ ਇੰਨੀ ਕੀ ਹੈ, ਜੇਕਰ ਸਾਰੀ ਆਈ ਜਾਵੇ ਤੇ ਮੈਨੂੰ ਨਹੀਂ ਲੱਗਦਾ ਇੰਡੀਆ 'ਚ ਕਿਸੇ ਚੀਜ਼ ਦੀ ਥੋੜ੍ਹ ਹੈ। ਤੇ ਕੁਝ ਸਾਡੇ ਵਰਗੇ ਸਟੂਡੈਂਟ ਜੋ ਹੁੰਦੇ ਆ ਜੀ, ਕਈ ਚਲੇ ਜਾਂਦੇ ਬਾਹਰ, ਕਈ ਕੈਨੇਡਾ, ਕਈ ਆਸਟ੍ਰੇਲੀਆ, ਕਈ ਕਿੱਧਰ ਕੋਈ ਕਿੱਧਰ, ਉਹ ਆਪਣੇ ਪੰਜਾਬ ਦੇ ਭਵਿੱਖ ਵਾਸਤੇ ਜਾਂ ਆਪਦੇ ਇੰਡੀਆ ਵਾਸਤੇ ਨਹੀਂ ਸੋਚਦੇ, ਉਹ ਸਿਰਫ ਸੋਚਦੇ ਪੈਸਾ ਕਮਾਉਣ ਵਾਸਤੇ ਹੀ। ਪੈਸਾ ਕਮਾਉਣਾ ਕਿੱਥੇ ਮਰਜ਼ੀ ਕਮਾ ਲਓ, ਪੈਸਾ 2 ਨੰਬਰ 'ਚ ਵੀ ਕਮਾਉਂਦੀ ਹੈ ਜਨਤਾ, ਪੈਸਾ 1 ਨੰਬਰ 'ਚ ਵੀ ਕਮਾਉਂਦੀ ਹੈ ਜੀ। ਇਸ ਵਾਸਤੇ ਕੋਈ ਸੋਚਦਾ ਨਹੀਂ ਆਪਣੇ ਇੰਡੀਆ ਦਾ ਭਵਿੱਖ, ਆਪ ਹੀ ਨਹੀਂ ਸੋਚਦੇ ਅਸੀਂ, ਤੇ ਕੱਲ੍ਹ ਨੂੰ ਕੀ ਸੋਚਾਂਗੇ ਜੀ?
ਅਗਰ ਇਹੀ ਚੀਜ਼ ਦੇਖੀ ਜਾਵੇ ਜੀ, ਜਿਵੇਂ ਆਪਣੀ ਇੰਡੀਅਨ ਆਰਮੀ ਹੈ, ਅਗਰ ਉਹ ਸੋਚੇ ਕਿ ਬਾਹਰਲੀ ਆਰਮੀ ਨੂੰ ਪੈਸਾ ਬਹੁਤ ਮਿਲਦਾ ਜੀ, ਉਹ ਵੀ ਚਲੀ ਜਾਵੇ, ਫਿਰ ਉਹ ਵੀ ਛੱਡ ਜੇ। ਪੰਜਾਬ ਪੁਲਿਸ ਹੈ, ਉਹ ਵੀ ਚਲੀ ਜਾਵੇ, ਫਿਰ ਹੌਲੀ ਹੌਲੀ ਸਾਰੇ ਚਲੇ ਜਾਣ ਇੱਥੋਂ। ਇਹ ਬਹੁਤ ਗਲਤ ਹੈ ਜੀ। ਸਾਡੇ ਵਰਗੇ ਨੌਜਵਾਨਾਂ ਨੂੰ ਹੀ, ਸਾਡੇ ਵਰਗੇ ਸਟੂਡੈਂਟਾਂ ਨੂੰ ਹੀ ਸੋਚਣਾ ਪੈਣਾ, ਆਪਦੇ ਦੇਸ਼ ਦਾ ਭਵਿੱਖ ਸਾਡੇ ਹੱਥਾਂ 'ਚ ਹੈ। ਅਗਰ ਅਸੀਂ ਦੂਜੇ ਦੇ ਦੇਸ਼ ਦਾ ਭਵਿੱਖ ਆਪ ਬਣਾ ਰਹੇ ਹਾਂ ਜੀ, ਉੱਥੇ ਜਾ ਕੇ ਉਹਨਾਂ ਦਾ ਵਰਕ ਕਰਦੇ ਹਾਂ ਤੇ ਉਹ ਸਾਨੂੰ ਪੇ ਕਰਦੇ ਹੈ। ਇਹ ਨਹੀਂ ਹੈਗਾ ਕਿ ਉਹ ਅਸੀਂ ਉਹਨਾਂ ਵਾਸਤੇ ਕੁਝ ਕਰ ਰਹੇ ਹਾਂ, ਜਾਂ ਉਹ ਤਾਂ ਬਸ ਸਿਰਫ ਸਾਨੂੰ ਇੱਕ ਨੌਕਰ ਦੇ ਤੌਰ ਤੇ ਕੰਮ ਕਰਾ ਰਹੇ ਸਾਡੇ ਤੋਂ, ਹੋਰ ਕੁਝ ਵੀ ਨਹੀਂ। ਅਮਨ ਹੋਰਾਂ ਨੇ ਇੱਕ ਗੱਲ ਕੀਤੀ। ਦੇਖੋ, ਗੱਲ ਉਹੀ ਹੁੰਦੀ ਹੈ, ਅਸੀਂ ਆਪਣੇ ਸਵਾਲ ਦੇ ਵਿੱਚ ਜਾਂ ਆਪਣੇ ਜਵਾਬ ਦੇ ਵਿੱਚ ਉਲਝ ਜਾਂਦੇ ਹਾਂ ਕਈ ਵਾਰੀ। ਕਾਰਨ ਬੱਚਾ ਚੰਗੀ ਗੱਲ ਹੈ, ਸੋਚ ਅੱਛੀ ਹੈ, ਪਰ ਉਹਦੇ ਪਿੱਛੇ ਕਾਰਨ ਕੀ ਹੈ? ਹੁਣ ਗੱਲ ਇਹ ਹੈ ਵੀ ਜਿਸ ਤਰ੍ਹਾਂ ਇਹਨੇ ਅਮਨ ਹੋਰਾਂ ਨੇ ਗੱਲ ਕੀਤੀ ਵੀ ਬੱਚੇ ਜਿਹੜੇ ਸਾਡੇ ਨੇ ਆਪਣੇ ਬਾਰੇ ਸੋਚਦੇ ਨੇ, ਉਹ ਇੱਥੋਂ ਬਾਹਰ ਚਲੇ ਗਏ। ਦੇਖੋ, ਹਰ ਆਦਮੀ ਸੈਲਫਿਸ਼ ਹੈ, ਪਹਿਲੀ ਗੱਲ ਇਹ, ਠੀਕ। ਦੂਸਰੀ ਗੱਲ ਇਹ ਕਿ ਜਦੋਂ ਉਹ ਬੱਚੇ ਨੂੰ ਇੱਥੇ ਕੋਈ ਕੰਮ ਨਹੀਂ ਮਿਲਦਾ, ਇੱਥੇ ਉਹਦੀ ਮਿਹਨਤ ਦਾ ਓਨਾ ਮੁੱਲ ਨਹੀਂ ਮਿਲਦਾ, ਤਾਂ ਨੈਚੁਰਲੀ ਕਿ ਉਹ ਬੰਦਾ ਫਿਰ ਇੱਥੋਂ ਪਲਾਇਨ ਕਰੇਗਾ, ਉਹ ਇੱਥੋਂ ਜਾਏਗਾ। ਜੀ ਇਕਨੋਮੀ ਰੇਟ ਬਹੁਤ ਡਾਊਨ ਹੈ। ਆਪਣਾ ਪੈਸਾ ਦੇਖ ਲਓ ਤੇ ਉਹਨਾਂ ਦਾ ਡਾਲਰ ਦੇਖੋ ਜੀ, ਇਹ ਚੀਜ਼ ਦਾ ਫਰਕ ਹੈ। ਡਿਫਰੈਂਸ ਕਿਵੇਂ ਕਲੀਅਰ ਹੋਗਾ? ਤੁਸੀਂ ਇਹ ਦੇਖੋ, ਪੈਟਰੋਲ ਡੀਜ਼ਲ ਬੈਰਲ ਕੀ ਜਾ ਰਿਹਾ ਤੇ ਆਪਣੇ ਪੈਟਰੋਲ ਡੀਜ਼ਲ ਕੀ ਹੈ। ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਜੇ ਇਹ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਹੀ ਕੋਈ ਗਰੀਬ ਬੰਦੇ ਨੂੰ ਕੋਈ ਨੌਕਰੀ, ਕਿਤੇ ਉਹਦੀ ਦਿਹਾੜੀ ਪਊਗੀ, ਤਾਂ ਹੀ ਉਹ ਜਿਆਦਾ ਸਿਸਟਮ ਚੱਲੂਗਾ ਜੀ। ਮੇਰੀ ਇੱਕ ਗੱਲ ਹੋਈ ਵੀ ਆਖੇ ਕਿਸੇ ਬੰਦੇ ਨੇ ਦੱਸਿਆ ਵੀ ਜੀ ਮੇਰੇ ਕੋਈ ਦੋਸਤ ਹੈ ਜਿਹੜਾ ਦੁਬਈ ਗਿਆ, ਉੱਥੇ ਉਹਨੂੰ 20 ਕੇ 22,000 ਰੁਪਏ ਜਿਹੜੀ ਹੈ ਉਹ ਤਨਖਾਹ ਮਿਲਦੀ ਹੈ। ਹੁਣ ਤੁਸੀਂ ਦੇਖੋ, ਇੱਥੋਂ ਦੁਬਈ ਜਾ ਕੇ ਕੰਮ ਕਰਨਾ 20-22,000 ਰੁਪਏ ਦੇ ਵਿੱਚ, ਜੇ ਉਹੀ ਬੰਦੇ ਨੂੰ ਇੱਥੇ ਭਾਵੇਂ 10,000 12,000 15,000 ਦੀ ਨੌਕਰੀ ਵੀ ਮਿਲਦੀ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਬ੍ਰਦਰ ਕੋਈ ਵੀ ਕਿਸੇ ਕਾਕਾ ਜਿਹੜਾ ਗੱਲ ਕਰ ਰਿਹਾ ਨਾ, ਇਹਨੇ ਅਜੇ ਕਿਤੇ ਨੌਕਰੀ ਵਾਸਤੇ ਮੈਨੂੰ ਲੱਗਦਾ ਅਪਲਾਈ ਨਹੀਂ ਕੀਤਾ, ਤੇ ਅਜੇ ਨੌਕਰੀ ਵਾਲੀ ਸਟੇਜ ਤੇ ਸ਼ਾਇਦ ਨਹੀਂ ਪਹੁੰਚਿਆ। ਜਿਸ ਦਿਨ ਇਹ ਪਹੁੰਚੂਗਾ ਨਾ, ਉਸ ਦਿਨ ਸ਼ਾਇਦ ਇਹ ਵੀ ਇਹ ਸੋਚੂਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ, ਅਸੀਂ ਵੀ ਦੇਸ਼ ਦੇ ਪ੍ਰਤੀ ਸੋਚਦੇ ਹਾਂ, ਅਸੀਂ ਕੋਈ ਸਾਡੇ ਦੇਸ਼ ਦੇ ਨਾਲ ਅਸੀਂ ਗਦਾਰੀ ਨਹੀਂ ਕਰਦੇ, ਲੇਕਿਨ ਇਹ ਇਨਸਾਨ ਦੀਆਂ ਮਜਬੂਰੀਆਂ ਨੇ। ਜਦੋਂ ਘਰ ਛੱਡਦਾ ਨਾ ਕੋਈ, ਮਾਂ ਪਿਓ ਨੂੰ ਛੱਡਣਾ ਜਾਂ ਘਰ ਨੂੰ ਛੱਡਣਾ ਤੇ ਵਿਦੇਸ਼ ਜਾਣਾ, ਇਹ ਕੋਈ ਨਾਟ ਈਜ਼ੀ ਜੌਬ। ਆਪਣਾ ਘਰ ਛੱਡ ਕੇ ਪੰਛੀ ਵੀ ਕਾਲਣਾ ਛੱਡ ਕੇ ਨਹੀਂ ਜਾਂਦੇ। ਇਹ ਜਿਹੜਾ ਘਾਟਾ ਪੈ ਰਿਹਾ ਨਹੀਂ ਸਰ ਸੌਰੀ, ਮਤਲਬ ਜੇ ਗੱਲ ਸੁਣੋ ਜੀ, ਜੇ ਅਮਰੀਕਾ ਕੈਨੇਡਾ ਜਾ ਕੇ ਆਪਾਂ ਕੰਮ ਕਰ ਸਕਦੇ ਹਾਂ ਤੇ ਉਹ ਲੋਕ ਇੱਥੇ ਕੰਮ ਕਰਨ ਆਉਂਦੇ ਆ ਜੀ। ਪਰ ਇੱਕ ਗੱਲ ਮੇਰੀ ਗੱਲ ਸੁਣੋ, ਇੱਥੇ ਜੌਬ ਮਿਲਦੀ ਹੈ ਪ੍ਰੋਪਰ? ਹਾਂਜੀ ਬੰਦੇ ਮੈਂ ਉਸੇ ਗੱਲ ਤੇ ਆ ਰਿਹਾ ਨਾ ਜੀ। ਮੈਂ ਉਸੇ ਬਈ ਜੇ ਜੋਬਾਂ ਇੱਥੇ ਮਿਲਣ, ਜੇ ਇੱਥੇ ਫੈਕਟਰੀਆਂ ਹੋਣ, ਜੋਬਾਂ ਮਿਲਣ, ਤਾਂ ਆਪਾਂ ਨੂੰ ਕੀ ਲੋੜ ਆ ਜੀ ਬਾਹਰ ਜਾਣ ਦੀ? ਕਿਹਦਾ ਜੀ ਕਰਦਾ ਜੀ ਬਾਹਰ ਜਾਣ ਨੂੰ? ਮੇਨ ਜਿਹੜੀ ਹੈ ਜੀ ਬੇਰੋਜ਼ਗਾਰੀ ਹੈ। ਸਾਰੀਆਂ ਸਰਕਾਰਾਂ ਫੇਲ ਹੋ ਚੁੱਕੀਆਂ ਨੇ, ਦਾਅਵੇ ਕਰਦੀਆਂ ਨੇ, ਪਰ ਬੇਰੋਜ਼ਗਾਰੀ ਕਰਕੇ ਹੀ ਜਿਹੜੇ ਨੌਜਵਾਨ ਹੈ ਉਹਨਾਂ ਦੀਆਂ ਮਜਬੂਰੀਆਂ, ਉਹਨਾਂ ਨੂੰ ਬਾਹਰ ਜਾਣਾ ਪੈਂਦਾ। ਤੇ ਐ ਵੀ ਉਸ ਕਰਕੇ ਜਿਹੜਾ ਜੇ ਸਰਕਾਰਾਂ ਬੇਰੋਜ਼ਗਾਰੀ ਦੂਰ ਕਰਦੇ ਤਾਂ ਲੋਕ ਉਹਨਾਂ ਨੂੰ ਨੌਜਵਾਨਾਂ ਨੂੰ ਜਾਣਾ ਹੀ ਨਾ ਪਵੇ ਤੇ ਆਪਣਾ ਦੇਸ਼ ਨਹੀਂ ਜਾਣਾ। ਮਿਸਟਰ ਸੰਧੂ ਸ਼੍ਰੀਮਾਨ ਜੀ, ਇਹਦੇ ਵਿੱਚ ਇਹ ਹੈ ਕਿ ਰਾਜਕੁਮਾਰ ਜੀ ਜਿੱਦਾਂ ਕਹਿ ਰਹੇ ਨੇ ਕਿ ਇਸ ਤਰ੍ਹਾਂ ਹੋ ਗਿਆ, ਜਾਂ ਪੈਸੇ ਅਸੀਂ ਉੱਥੇ ਜਾ ਕੇ ਕਮਾਉਣੇ ਆ। ਪੈਸੇ ਕਮਾਉਣ ਵਾਸਤੇ ਹਰ ਇਨਸਾਨ ਜਾਂਦਾ ਨਾ। ਤੁਸੀਂ ਇਹਨਾਂ ਨੂੰ ਇਹ ਪੁੱਛੋ ਕਿ ਅੱਜ ਸਾਡੇ ਬੇਰੁਜ਼ਗਾਰੀ ਰੇਟ ਕੀ ਹੈ ਇੰਡੀਆ 'ਚ? ਬੇਰੁਜ਼ਗਾਰੀ ਦੀ ਦਰ ਕਿੱਥੇ ਆ? ਕਿਹੜੀ ਸਰਕਾਰ ਅਪਰਚੁਨਿਟੀ ਦੇ ਰਹੀ ਹੈ ਨੌਜਵਾਨ ਨੂੰ, ਕਿਸੇ ਨੂੰ? ਅੱਜ ਪੁਲਿਸ ਦੀਆਂ ਜਾਂ ਕਿਸੇ ਜੌਬ ਦੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਨਿਕਲਦੀਆਂ ਨੇ। ਕੱਲ ਮੈਂ ਕਿਸੇ ਪਿੰਡ ਦੇ ਵਿੱਚ ਗਿਆ ਸੀ, ਇੱਥੋਂ ਕਰੀਬ 65-60 ਕਿਲੋਮੀਟਰ ਪਿੰਡ ਆ ਰੋੜਾਂ ਵਾਲੀ, ਉੱਥੇ ਮੈਂ ਗਿਆ ਸੀ ਕਿਸੇ ਫੰਕਸ਼ਨ ਦੇ ਵਿੱਚ, ਤੇ ਉੱਥੇ ਮੈਨੂੰ ਇੱਕ ਲੜਕਾ ਪੁੱਛਣ ਲੱਗ ਗਿਆ, ਕਹਿੰਦਾ ਅੰਕਲ ਜਿਹੜੀਆਂ ਪੋਸਟਾਂ ਜਦੋਂ ਸਰਕਾਰ ਨੇ ਪਿੱਛੇ ਕੱਢੀਆਂ ਸੀ ਕਰੀਬ 3 ਸਾਲ 3.5 ਸਾਲ ਪਹਿਲਾਂ, ਕੀ ਉਹ ਹੁਣ ਦੁਬਾਰਾ ਭਰੀਆਂ ਜਾਣਗੀਆਂ? ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਇਹਦੇ ਬਾਰੇ ਤਾਂ ਸਰਕਾਰ ਹੀ ਦੱਸ ਸਕਦੀ ਹੈ, ਤੂੰ ਤਾਂ 3 ਸਾਲਾਂ ਦੀ ਗੱਲ ਕਰਦਾ, ਲੋਕੀ ਤਾਂ 25-25 ਸਾਲ ਦੇ ਉਡੀਕ ਕਰੀ ਜਾਂਦੇ। ਜਿਹੜੀਆਂ ਪੋਸਟਾਂ ਸਰਕਾਰ ਨੇ ਕੱਢੀਆਂ ਸੀ ਉਹ ਅੱਜ ਤੱਕ ਭਰੀਆਂ ਨਹੀਂ ਗਈਆਂ। ਨਾਲੇ ਇੱਕ ਗੱਲ ਹੋਰ ਹੈ, ਤੁਸੀਂ ਦੇਖੋ ਜ਼ਿਆਦਾਤਰ ਡਿਪਾਰਟਮੈਂਟ ਹੈ ਸਾਰੇ ਪ੍ਰਾਈਵੇਟਾਈਜ਼ ਹੋ ਰਹੇ ਆ। ਜਦੋਂ ਪ੍ਰਾਈਵੇਟਾਈਜ਼ ਹੋ ਰਹੇ ਆ ਤਾਂ ਕੰਮ ਦਾ ਪ੍ਰੈਸ਼ਰ ਹੈ। ਦੇਖੋ, ਉਹੀ ਬੰਦੇ ਜਿਹੜੇ ਸਰਕਾਰੀ ਮਹਿਕਮਿਆਂ 'ਚ ਕੰਮ ਨਹੀਂ ਕਰ ਸਕਦੇ, ਉਹ ਬੰਦੇ ਪ੍ਰਾਈਵੇਟ ਮਹਿਕਮਿਆਂ 'ਚ ਜਾ ਕੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ। ਸਰਕਾਰਾਂ ਆਪ ਉਹਨਾਂ ਡਿਪਾਰਟਮੈਂਟਸ ਨੂੰ, ਉਹਨਾਂ ਆਪਣਾ ਕਹਿ ਲਈਏ ਪ੍ਰਾਈਵੇਟਾਈਜ਼ ਕਰ ਰਹੀ ਹੈ ਨਾ। ਉਹ ਗਵਰਨਮੈਂਟ ਇਹ ਚਾਹੁੰਦੀ ਹੈ ਵੀ ਸਾਡੇ ਤੋਂ ਆਪ ਕਹਿ ਦਿੰਦੀ ਵੀ ਨਹੀਂ ਜੀ ਪ੍ਰਾਈਵੇਟ ਬੰਦੇ ਵਧੀਆ ਕੰਮ ਕਰਦੇ ਆ। ਇਹਦਾ ਮਤਲਬ ਤੁਹਾਡੇ ਅੱਜ ਸਥਿਤੀ ਇਹ ਜੀ ਕਿ ਕੋਈ ਵੀ ਸਰਕਾਰ ਸਰਕਾਰੀ ਨੌਕਰੀ ਦੇਣ ਨੂੰ ਤਿਆਰ ਹੀ ਨਹੀਂ ਹੈ, ਕਿਉਂਕਿ ਸਰਕਾਰਾਂ ਦੇ ਕੋਲੇ ਫੰਡਸ ਹੀ ਨਹੀਂ ਹੈਗੇ ਜਿੰਨੇ ਉਹਨਾਂ ਨੂੰ ਪੈਸੇ ਦੇਣੇ ਆ। ਅੱਜ ਜੇ ਕੋਈ ਗਵਰਨਮੈਂਟ ਜੌਬ ਮਿਲਦੀ ਵੀ ਆ ਤਾਂ 3 ਸਾਲ ਜਾਂ 5 ਸਾਲ ਦੇ ਵਾਸਤੇ ਉਹਨੂੰ ਐਡਹੌਕ ਬੇਸ ਤੇ ਸੈਲਰੀ ਦਿੱਤੀ ਜਾਂਦੀ ਹੈ, ਜਿਹੜੀ ਕਰੀਬ ਕਿਤੇ 8,000 ਆ, ਕਿਤੇ 10,000 ਆ ਡੀਸੀ ਰੇਟ ਤੇ। ਜਿਹੜਾ ਬੰਦਾ ਅੱਜ 25 ਸਾਲ ਦੀ ਉਮਰ ਦੇ ਵਿੱਚ ਜੌਬ ਲੱਗ ਰਿਹਾ, ਸਪੋਜ਼ ਉਹਨੂੰ 5 ਸਾਲ ਵਾਸਤੇ ਅੱਗੇ ਫੇਰ ਕੱਚੇ ਦੇ ਵਿੱਚ ਰੱਖਿਆ ਜਾਊਗਾ। 30 ਸਾਲ ਦਾ ਹੋ ਗਿਆ ਤੇ 48 ਸਾਲ ਜਾਂ 58 ਸਾਲ ਦੇ ਵਿੱਚ ਉਹਨੇ ਰਿਟਾਇਰ ਹੋ ਜਾਣਾ। ਉਸ ਤੋਂ ਬਾਅਦ ਉਹਨੂੰ ਪੈਨਸ਼ਨ ਕੋਈ ਨਹੀਂ, ਤਾਂ ਕੀ ਮਿਲੂਗਾ ਜੀ ਉਹਨੂੰ? ਉਹ ਜੇ ਸਾਰੀ ਜ਼ਿੰਦਗੀ ਦੇ ਵਿੱਚ ਜ਼ੋਰ ਮਾਰ ਕੇ ਚੱਲੂਗਾ ਨਾ ਜੀ, ਜੇ ਉਹ ਦੋਨੋਂ ਹਸਬੈਂਡ ਨੌਕਰੀ ਕਰਦੇ ਹੋਣਗੇ, ਫੇਰ ਜਾ ਕੇ ਇੱਕ ਘਰ ਬਣਾ ਸਕਣਗੇ।
ਪਰ ਫਿਰ ਵੀ ਤਲਵਾਰ ਹੈ ਜਿਹੜੀ ਉਹ ਲਟਕਦੀ ਰਹਿਣੀ ਹੈ ਵੀ ਕਦੋਂ ਕੱਢ ਦੇਣਗੇ ਕੋਈ ਪਤਾ ਨਹੀਂ। ਬੰਦਾ ਆਪਣਾ ਕੰਮ ਹੈ ਜਿਹੜਾ ਉਹ ਵੀ ਸਟੈਬਲਿਸ਼ ਨਹੀਂ ਕਰ ਸਕਦਾ। ਇੱਥੇ ਗੱਲ ਹੈ ਜਿਹੜੀ ਅਮਨ ਦੀ ਬਿਲਕੁਲ ਸਹੀ ਹੈ। ਜਿਹੜੀ ਅਮਨ ਨੇ ਗੱਲ ਕੀਤੀ, ਮੈਂ ਕਹਿੰਦਾ ਅਮਨ ਨੇ ਜਿਹੜੀ ਗੱਲ ਕੀਤੀ ਬੜੀ ਵਧੀਆ ਮੈਨੂੰ ਉਹ ਲੱਗੀ ਵੀ ਇੱਥੇ ਜੇ ਬਲੈਕ ਮਨੀ ਉਹ ਬਾਹਰ ਆ ਜਾਵੇ ਸਾਰੀ, ਜਿਸ ਤਰ੍ਹਾਂ ਸਾਡੇ PM ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀ ਮੈਂ ਬਲੈਕ ਮਨੀ ਹੈ ਉਹ ਲੈ ਕੇ ਆਉਂਗਾ, ਜੇ ਉਹ ਆ ਜਾਏ ਇੰਡੀਆ ਦੇ ਵਿੱਚ ਫਿਰ ਕਿਸੇ ਚੀਜ਼ ਦੀ ਕੋਈ ਕਮੀ ਮੈਨੂੰ ਨਹੀਂ ਲੱਗਦਾ ਵੀ ਰਹੇਗੀ। ਤਾਂ ਮੈਂ ਪਹਿਲਾਂ ਮੈਂ ਅਮਨ ਦੀ ਗੱਲ ਸੁਣ ਲਾਂ। ਅਮਨ ਆਜੋ ਥੋੜਾ ਅੱਗੇ ਆ ਜਾਓ, ਇੱਥੇ ਆਓ ਚੇਅਰ ਤੇ। ਅੰਕਲ ਜੀ ਨੇ ਕਿਹਾ ਕਿ ਆਪਣੇ ਇੱਧਰ ਨੌਕਰੀਆਂ ਨਹੀਂ ਹੈਗੀਆਂ। ਤੁਸੀਂ ਮੈਨੂੰ ਇਹ ਦੱਸ ਦਿਓ, ਰੇਲਵੇ 'ਚ ਕਦੇ ਗਏ ਹੋ? ਇੰਡੀਅਨ ਰੇਲਵੇ ਬਠਿੰਡਾ 'ਚ ਹੀ ਦੱਸ ਦਿਓ ਕਿੰਨੇ ਕੇ ਜੱਟਾਂ ਦੇ ਮੁੰਡੇ ਲੱਗੇ ਆ ਜਾਂ ਕਿੰਨੇ ਕੇ ਆਪਣੇ ਬਠਿੰਡੇ 'ਚ ਲੱਗੇ ਹੋਏ ਆ? ਕੋਈ ਨਹੀਂ। ਸਾਰਾ ਯੂਪੀ ਬਿਹਾਰ ਕਿਉਂ ਐਡ ਆ ਉਸ 'ਚ? ਕਿਉਂ ਐਡ ਆ? ਕਿਉਂਕਿ ਆਪਣੇ ਵਾਲੇ ਦੀ ਜਵਾਕਾਂ ਦੀ ਇੱਥੇ ਸੋਚ ਹੀ ਇਹ ਹੋ ਚੁੱਕੀ ਹੈ, ਜੱਟਾਂ ਦੀ ਸੋਚ ਹੋ ਰੱਖੀ ਹੈ ਕਿ ਅਸੀਂ ਚੱਲਦੇ ਹਾਂ ਕੈਨੇਡਾ। ਇਹ ਸੋਚ ਤੁਸੀਂ ਕਹਿ ਰਹੇ ਹੋ ਨਾ ਕਿ ਹਾਂ ਨੌਕਰੀਆਂ ਨਹੀਂ, ਨੌਕਰੀਆਂ ਬਹੁਤ ਨੇ ਜੀ। ਪੇ ਇੱਥੇ ਵੀ ਹੈਗਾ 80,000 90,000 ਲੱਖ ਰੁਪਏ ਤਨਖਾਹ ਜੀ, ਬਹੁਤ ਕੁਝ ਹੈ ਇੱਥੇ। ਇਹ ਨਹੀਂ ਹੈਗਾ ਕਿ ਨਹੀਂ ਹੈਗਾ। ਰੇਲਵੇ 'ਚ ਕਿਉਂ ਨਹੀਂ ਹੈਗਾ ਜੀ? ਮੈਨੂੰ ਤਾਂ ਅੱਜ ਤੱਕ ਕੋਈ ਦਿਸਿਆ ਨਹੀਂ। ਮੈਂ ਤਾਂ ਪਰ ਮੈਂ ਮੇਰੀ ਇੱਕ ਗੱਲ ਸੁਣੋ। ਅੰਕਲ ਮੇਰੀ ਏਜ 19 ਹੈ। ਚਲੋ ਠੀਕ ਹੈ, ਮੇਰੀ ਏਜ ਤੇ ਆਉਂਗਾ, ਮੈਂ ਦੇਖੂੰਗਾ, ਦੱਸੂੰਗਾ ਜੀ ਫਿਰ, ਕਿਉਂਕਿ ਮਿਹਨਤ ਆਪਣੇ ਸਿਰ ਤੇ ਹੁੰਦੀ ਹੈ ਜੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਜਿਹੜੀਆਂ ਤੁਸੀਂ ਇਹ ਬਹੁਤ ਵੱਡੀਆਂ ਗੱਲਾਂ ਕਰ ਰਹੇ ਹੋ ਪ੍ਰਮਾਤਮਾ ਤੁਹਾਡੀਆਂ ਪੂਰੀਆਂ ਕਰ ਸਕੇ, ਤੁਹਾਨੂੰ 1 ਲੱਖ ਰੁਪਏ ਵਾਲੀ ਜੌਬ ਮਿਲ ਜੇ। ਪਰ ਜੇ ਮਿਲ ਜੇ ਤਾਂ ਮੈਨੂੰ ਦੱਸਿਓ ਪਲੀਜ਼ ਜ਼ਰੂਰ, ਮੈਂ ਤੁਹਾਨੂੰ ਇੱਕ ਬਹੁਤ ਵਧੀਆ ਪਾਰਟੀ ਕਰਾਂਗਾ ਮੇਰੇ ਵੱਲੋਂ। ਮੈਂ ਪੰਚਾਇਤ ਆਪਣੀ ਇੱਥੇ ਜਿਹੜੀ ਸੱਥ ਚੱਲ ਰਹੀ ਹੈ, ਸੱਥ 'ਚ ਵਾਅਦਾ ਕਰਦਾ ਤੁਹਾਨੂੰ, ਜੇ ਤੁਹਾਨੂੰ 1 ਲੱਖ ਰੁਪਏ ਦੀ ਸਟਾਰਟਿੰਗ ਜੌਬ ਮਿਲ ਜੇ, ਪਰ ਜੇ ਤੁਹਾਨੂੰ ਨਾ ਮਿਲੀ ਤਾਂ ਇੱਕ ਯਾਦ ਰੱਖਿਓ, ਇੱਕ ਵਧੀਆ ਪਾਰਟੀ ਤੁਸੀਂ ਸਾਨੂੰ ਕਰਿਓ। ਦੇਖੋ ਗੱਲ ਕੀ, ਦੇਖੋ ਮੈਂ ਦੱਸਦਾ ਅਮਨ, ਗੱਲ ਇਹ ਹੁੰਦੀ ਹੈ, ਦੇਖੋ ਮਕਸਦ ਸਾਡਾ ਇੱਥੇ ਸਾਰਿਆਂ ਦਾ ਇਕੱਠੇ ਹੋਣ ਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਇੱਕ ਦੂਸਰੇ ਤੋਂ ਕੁਝ ਸਿੱਖੀਏ। ਹੁਣ ਇਹ ਸਿੱਖਣ ਦਾ ਵੇਲਾ ਹੈ। ਹੁਣ ਜਿਵੇਂ ਅਮਨ ਹੋਰੀ 19 ਸਾਲਾਂ ਦੇ ਨੇ, ਪਰ ਜਜ਼ਬਾ ਹੈ, ਦੇਸ਼ ਪ੍ਰੇਮ ਹੈ ਇਹਨਾਂ ਨੂੰ। ਇਹ ਹੈ ਕਿਉਂਕਿ ਦੇਖੋ ਉਮਰ ਦਾ ਐਕਸਪੀਰੀਅੰਸ, ਮਿਸਟਰ ਸੰਧੂ ਦੀ ਉਮਰ ਮੈਨੂੰ ਲੱਗਦਾ ਵੀ 50 ਤੋਂ ਕਾਫੀ ਉੱਤੇ ਹੈ, ਠੀਕ ਹੈ, ਤੇ 58 60 ਦੇ ਨੇੜੇ ਆਪਾਂ ਲਾ ਲਈਏ ਤਾਂ ਇੱਕ ਘੱਟੋ ਘੱਟ ਨਹੀਂ ਤਾਂ ਆਪਾਂ 40 ਸਾਲਾਂ ਦਾ ਲਾ ਲਈਏ ਗੈਪ ਹੈ। ਹੁਣ ਜਦੋਂ 40 ਸਾਲਾਂ ਦਾ ਗੈਪ ਐਕਸਪੀਰੀਅੰਸ ਕਿਵੇਂ ਹੋਣਾ? ਜੇ ਕਹਿ ਨਹੀਂ ਦਿੰਦਾ ਬੰਦਾ ਵੀ ਮੈਂ ਜਿਹੜੇ ਵਾਲ ਨੇ ਇਹ ਧੁੱਪ 'ਚ ਨਹੀਂ ਚਿੱਟੇ ਕੀਤੇ। ਸੋ ਕੁਝ ਕਹਿਣਾ ਚਾਹ ਰਹੇ ਤੁਸੀਂ? ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ, ਜੋ ਅਮਨ ਜੀ ਨੇ, ਕਾਕਾ ਜੀ ਨੇ ਗੱਲ ਕੀਤੀ ਹੈ ਤੇ ਸੰਧੂ ਸਾਹਿਬ ਨੇ ਕੀਤੀ ਹੈ, ਜਿਹੜਾ ਬਾਹਰ ਜਾਣ ਦਾ ਰੁਝਾਨ ਹੈ ਉਹਦਾ ਕਾਰਨ ਇੱਕ ਸਾਡੀ ਸਰਕਾਰ ਦੀਆਂ ਪਾਲਿਸੀਆਂ ਵੀ ਹੈ। ਇੱਥੋਂ ਦੀ ਕਰੰਸੀ ਦਾ ਰੇਟ ਜਿਹੜਾ ਨੈਸ਼ਨਲ ਦੇ ਮੁਤਾਬਕ, ਨੈਸ਼ਨਲ ਤੌਰ ਤੇ, ਇੰਟਰਨੈਸ਼ਨਲ ਤੌਰ ਤੇ, ਉਹ ਵੀ ਇੱਕ ਕਾਰਨ ਹੈ। ਮੇਰਾ ਆਸਟ੍ਰੇਲੀਆ ਦੇ ਵਿੱਚ ਬੇਟਾ ਹੈ ਔਰ ਸਾਡਾ ਉੱਥੇ ਇੱਕ ਗੈਰੇਜ ਹੈ ਜਿਹੜਾ, ਜਦੋਂ ਕਿ ਅਸੀਂ ਉੱਥੇ ਇੰਪਲਾਈਜ਼ ਰੱਖਦੇ ਹਾਂ, ਜਿਹੜੇ ਬੱਚੇ ਉੱਥੇ ਸਟੂਡੈਂਟ ਬੇਸ ਤੇ ਆਉਂਦੇ ਹੈ ਜਿਨ੍ਹਾਂ ਨੂੰ ਮਕੈਨੀਕਲ ਦਾ ਕੁਛ ਵੀ ABC ਨਹੀਂ ਆਉਂਦੀ, ਲੇਕਿਨ ਅਸੀਂ ਉਹਨਾਂ ਨੂੰ ਜੌਬ ਦਿੰਦੇ ਹਾਂ ਕਿਉਂਕਿ ਸਾਨੂੰ ਜ਼ਰੂਰਤ ਹੈ। ਅਸੀਂ ਉਹਨਾਂ ਨੂੰ $800 ਇੱਕ ਹਫ਼ਤੇ ਦਾ ਮਤਲਬ ਜਿਹੜੀ ਪੇ ਦਿੰਦੇ ਹਾਂ। ਔਰ ਮੈਂ ਸਮਝਦਾ ਜਿਹੜੀ $800 ਹੈ, $800 ਦੇ ਵਿੱਚ ਉਹ ਬੰਦੇ ਨਾਲੇ ਤਾਂ ਆਪਦਾ ਰੈਂਟ ਦਿੰਦੇ ਆ ਮਕਾਨ ਦਾ, ਨਾਲੇ ਕਾਰ ਦਾ ਖਰਚਾ ਕੱਢਦੇ ਆ, ਨਾਲੇ ਟੈਲੀਫੋਨ ਦਾ ਖਰਚਾ ਕੱਢਦੇ ਆ, ਨਾਲੇ ਆਪਦਾ ਖਾਣਾ ਖਾਂਦੇ ਆ। ਮੈਂ ਕਹਿੰਦਾ ਵੀ ਉੱਥੇ ਖਰਚਾ ਵੀ ਡਾਲਰਾਂ ਦੇ ਵਿੱਚ ਹੈ, ਇਨਕਮ ਵੀ ਡਾਲਰਾਂ ਦੇ ਵਿੱਚ ਹੈ। ਤਾਂ ਕੀ ਤੁਸੀਂ ਮੈਨੂੰ ਕੋਈ ਬੰਦਾ ਦੱਸ ਸਕਦਾ ਹੈ ਵੀ ਜੇ ਉਹ $800 800 ਰੁਪਈਆ ਇੱਥੇ ਕਿਸੇ ਕੋਲ ਪੇ ਹੋਵੇ ਤਾਂ ਉਹ 800 ਦੇ ਵਿੱਚ ਆਪਦਾ ਗੁਜ਼ਾਰਾ ਕਰ ਸਕਦਾ ਹੈ? ਬਿਲਕੁਲ, ਕਿਉਂਕਿ ਉੱਥੇ ਜਿਹੜਾ ਖਰਚਾ ਹੈ ਨਾ ਜੀ, ਉਹ ਵੀ ਸਿਸਟਮੈਟਿਕਲੀ ਹੈ, ਸਿਸਟਮ ਨਾਲ ਹੈ। ਅਸੀਂ ਉੱਥੇ $50 ਦੀ ਸਬਜ਼ੀ ਮੈਂ ਆਪ ਇੱਕ ਹਫ਼ਤੇ ਦੀ ਲੈ ਕੇ ਆਉਂਦਾ ਰਿਹਾ। ਇਸ ਕਰਕੇ ਮੈਂ ਕਹਿੰਦਾ ਵੀ ਇਹ ਸਰਕਾਰਾਂ ਇਸ ਗੱਲ ਦੇ ਵਿੱਚ ਪੂਰਾ ਮਤਲਬ ਉਹਨਾਂ ਦਾ ਰੋਲ ਹੈ। ਦੇਖੋ ਗੱਲ ਮੈਂ ਮਾਫੀ ਚਾਹਾਂਗਾ, ਗੱਲ ਇਹ ਹੈ ਕਿ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਵੀ ਆਪਾਂ ਹੋਰ ਜਿਹੜੀਆਂ ਗੱਲਾਂ ਨੇ ਵਿਸਥਾਰ ਦੇ ਵਿੱਚ ਕਰੀਏ। ਪਰ ਦੇਖੋ ਮਕਸਦ ਮੈਂ ਤੁਹਾਨੂੰ ਪਹਿਲਾਂ ਵੀ ਜਿਹੜੀ ਗੱਲ ਕਲੀਅਰ ਕੀਤੀ, ਇਸ ਸੱਥ ਦਾ ਮਕਸਦ ਇਹ ਹੈ ਕਿ ਅਸੀਂ ਬੈਠੀਏ, ਚਰਚਾ ਕਰੀਏ, ਇੱਕ ਦੂਸਰੇ ਨਾਲ ਵਿਚਾਰ ਕਰੀਏ। ਅਸੀਂ ਵਿਹਲੀਆਂ ਗੱਲਾਂ, ਦੇਖੋ ਇਹਨੂੰ ਅਸੀਂ ਜਦੋਂ ਮੈਂ ਛੋਟਾ ਹੁੰਦਾ ਸੀ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਇੱਕ 9ਵੀਂ 'ਚ ਸਾਨੂੰ ਸ਼ਾਇਦ ਇੱਕ ਪਾਠ ਹੁੰਦਾ ਸੀਗਾ ਵਿਹਲੀਆਂ ਗੱਲਾਂ, ਤੇ ਜਦੋਂ ਅਮੂਮਨ ਅਸੀਂ ਬੈਠਦੇ ਹਾਂ ਤਾਂ ਵਿਹਲੀਆਂ ਗੱਲਾਂ ਕਰਦੇ ਹਾਂ ਤੇ ਉਹਨਾਂ ਵਿਹਲੀਆਂ ਗੱਲਾਂ 'ਚੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਹੁਣ ਅਸੀਂ ਇਹਨੂੰ ਵੀ ਵਿਹਲੀਆਂ ਗੱਲਾਂ ਕਹਿ ਸਕਦੇ ਹਾਂ ਵੀ ਚਲੋ ਯਾਰ ਗੱਲਾਂ ਮਾਰੀਏ ਨੇ, ਸਾਡੇ ਹੱਥ 'ਚ ਕੁਛ ਨਹੀਂ। ਸਾਡੇ ਹੱਥ 'ਚ ਬਹੁਤ ਕੁਛ ਹੈ। ਮੈਂ ਕਈ ਵਾਰੀ ਕਹਿੰਦਾ ਵੀ ਸਾਡੇ ਹੱਥ 'ਚ ਤਾਂ ਕੱਖ ਨਹੀਂ, ਪਰ ਜੇ ਸਾਰੀ ਜਨਤਾ ਇੱਕ ਹੋਵੇ, ਸਾਰੇ ਦੀ ਸੋਚ ਬਦਲਦੀ ਜਾਏ, ਜਿਵੇਂ ਹੁਣ ਅਸੀਂ ਉਹੀ ਗੱਲ ਹੈ ਵੀ ਐਕਸਪੀਰੀਅੰਸਿਸ ਇੱਕ ਦੂਸਰੇ ਦੇ ਜਿਹੜੇ ਆ ਉਹ ਸ਼ੇਅਰ ਕਰਦਾ ਹਰੇਕ ਆਦਮੀ, ਤੋਂ ਜੇ ਕੁਝ ਸਿੱਖੀਏ ਤਾਂ ਬਹੁਤ ਕੁਝ ਹੋ ਸਕਦਾ। ਇਹੀ ਕਾਰਨ ਹੈ ਕਿ ਆਪਾਂ ਸੱਥ ਦੇ ਵਿੱਚ ਬੈਠਦੇ ਹਾਂ ਤੇ ਇਹਨਾਂ ਦੇ ਵਿਚਾਰਾਤ ਕੈਮਰੇ ਦੇ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਅੱਜ ਲਈ ਸਾਰਿਆਂ ਦਾ ਧੰਨਵਾਦ। ਕੱਲ੍ਹ ਨੂੰ ਫਿਰ ਮਿਲਾਂਗੇ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।